अस्सलाम वालेकुम दोस्तों, आपका अपना भाई आज एक नई वीडियो के साथ हाजिर खिदमत है। उम्मीद करता हूँ कि मेरे तमाम कबूतर परवर भाई बाखैरियत से होंगे। हमारे साथ सरदार जुबैर तस्लीम बट्टू और फैसलाबाद पीर मुदस्सर उस्ताद तनवीर मौजूद है और उसामा खां वीडियो बना रहे हैं। दोस्तों, हमारी वीडियो अच्छी लगी हो तो लाइक एंड शेयर कीजिएगा, चैनल को सब्सक्राइब करें, बेल आइकॉन के बटन को प्रेस करें ताकि हमारी नई आने वाली वीडियो को बआसानी देख सकें। सोना लगता तो सरदार साहब हमारे पास मौजूद हैं। सरदार जी अस्सलाम वालेकुम। सरदार जी ਅਸੀਂ ਤੁਹਾਨੂੰ ਹੋਰ ਕੁਝ ਨਹੀਂ, ਲੇਕਿਨ ਜਿਹੜਾ ਨਾ ਜੀ ਹੁਣ ਪੰਜਾਬੀ 'ਚ ਜ਼ਿਆਦਾ ਸਮਝ ਆ ਰਹੀ, ਤੁਸੀਂ ਪੰਜਾਬੀ ਸਾਰੇ ਆਪਾਂ ਹੈਗੇ ਆ, ਉਰਦੂ ਦਾ ਬਸ ਉਹ ਚੰਦ ਲਫ਼ਜ਼ ਜਿਹੜੇ ਹੁੰਦੇ ਨੇ। ਸਰਦਾਰ ਜੀ ਸਾਨੂੰ ਨਾ ਥੋੜੀ ਜਿਹੀ ਮਾਲੂਮਾਤ ਚਾਹੀਦੀ ਕਿ ਵੈਸੇ ਹੁਣ ਕਟਾਈ ਦਾ ਸੀਜ਼ਨ ਆ ਰਿਹਾ ਕਬੂਤਰ ਦੀ, ਕਟਾਈ ਦੇ ਹਵਾਲੇ ਦੇ ਨਾਲ ਕਿ ਹੁਣ ਜਿਹੜੇ ਬੱਚੇ ਜਿਹੜੇ ਲੱਗੇ ਹੋਏ ਸਨ, ਕਤਰੇ ਹੋਏ ਸਨ, ਉਹਨਾਂ ਨੂੰ ਹੁਣ ਖੁਰਾਕ ਜਾਂ ਉਹਨਾਂ ਦੀ ਕਟਾਈ ਦਾ ਕੀ ਸਿਸਟਮ ਕਰਨਾ ਚਾਹੀਦਾ ਕਿ ਜਿਹਦੀ ਵਜ੍ਹਾ ਨਾਲ ਜਿਹੜਾ ਹੈ ਨਾ ਕਬੂਤਰ ਸਾਡੇ ਤੰਦਰੁਸਤ ਵੀ ਰਹਿਣ ਤੇ ਉਸ ਤੋਂ ਹਟ ਕੇ ਜਿਹੜਾ ਹੈ ਨਾ ਜੀ ਆਪਣਾ ਤੇ ਅਗਾ ਪਟਾਈ ਦੇ ਵਿੱਚ ਜਦੋਂ ਕਬੂਤਰ ਨਵੇਂ ਪਾਰ ਕੱਢਣ ਤੇ ਉਹਨਾਂ ਦੀ ਜਿਹੜੀ ਗਰੋਥ ਵੀ ਅੱਛੀ ਹੋਵੇ ਤੇ ਇਹ ਥੋੜਾ ਜਿਹਾ ਸਾਨੂੰ ਉਹਦੇ ਰੋਸ਼ਨੀ ਪਾਓਗੇ। ਕਾਫੀ ਦੋਸਤ ਸਵਾਲ ਕਰਦੇ ਨੇ ਇਸ ਬਾਰੇ ਦੇ ਵਿੱਚ, ਜਨਾਬ ਕੁਦਰਤੀ ਆ ਸਾਡੇ ਕੋਲ ਆਏ ਨੇ, ਸਾਡੀ ਖੁਸ਼ ਕਿਸਮਤੀ ਹੈ ਕਿ ਤੁਸੀਂ ਸਾਡੇ ਕੋਲ ਤਸ਼ਰੀਫ ਲਿਆਏ ਤੇ ਚਲੋ ਇਸੇ ਹਵਾਲੇ ਦੇ ਨਾਲ ਜਨਾਬ ਜਿਹੜਾ ਹੈ ਨਾ जी इरफान भाई ये ਤੁਹਾਡੀਆਂ ਮੁਕਤਾਂ ਨੇ ਜੀ। ਪਟਾਈ ਇੱਕ ਨਾ ਜੀ ਬਹੁਤ ਅਹਿਮ ਹਿੱਸਾ ਹੈ ਕਬੂਤਰਬਾਜ਼ੀ ਦਾ। ਇਹਦੇ ਵਿੱਚ ਹੁਣ ਜਿਵੇਂ ਕਿ ਫਰਵਰੀ ਦਾ ਮਹੀਨਾ ਨੇ ਜੀ, ਜ਼ਿਆਦਾਤਰ ਲੋਕ ਹੁਣ ਸ਼ੌਕ ਕਰ ਰਹੇ ਨੇ ਦੇਸੀ ਮਹੀਨਿਆਂ ਦਾ, ਯੰਗ ਜਨਰੇਸ਼ਨ ਨੂੰ ਕੋਈ ਨਹੀਂ ਪਤਾ। ਤੇ ਫਰਵਰੀ ਦੇ ਵਿੱਚ ਕਬੂਤਰਾਂ ਦੀ ਪਟਾਈ ਹੋ ਜਾਂਦੀ 20 ਤੋਂ 25 ਫਰਵਰੀ ਤੱਕ, ਜਿਹੜਾ ਕਿ ਸੂਟੇਬਲ ਮੌਸਮ ਹੈ। ਇਸ ਦੇ ਵਿੱਚ ਪਟਾਈ ਤੋਂ ਪਹਿਲੇ ਜਿਹੜਾ ਹੁੰਦਾ ਨਾ ਜੀ, ਖੁਰਾਕ ਕਬੂਤਰਾਂ ਨੂੰ ਵੇਖਣਾ ਪੈਂਦਾ ਕਿ ਕਬੂਤਰਾਂ ਦੀ ਸੂਰਤ ਹਾਲ ਕੀ ਹੈ, ਕਿਵੇਂ ਅੱਛੀ ਖੁਰਾਕ ਦੇ ਨਾਲ ਕਬੂਤਰਾਂ ਖਾਧੀ ਹੁੰਦੀ ਹੈ, ਤੰਦਰੁਸਤ ਕਬੂਤਰ ਹੁੰਦੇ ਨੇ। ਮੈਂ ਤੇ ਇਹ ਸੱਤ ਦੇ ਵਿੱਚ ਲੂਟ ਕਰ ਨਹੀਂ ਸਹੀ ਚਲੋ ਜੀ ਸਰ। ਕਬੂਤਰਾਂ ਦੀ ਪਟਾਈ ਜੀ 20 ਤੋਂ 25 ਫਰਵਰੀ ਦੇ ਵਿੱਚ ਨਾ ਜੀ ਸ਼ੁਰੂ ਹੋ ਜਾਣੀ ਹੈ ਤੇ ਤਕਰੀਬਨ 5-7 ਦਿਨ ਹੁੰਦੇ ਨੇ ਜੀ। ਤੇ ਅੱਧ ਫੱਗਣ ਦਾ ਗਿਣਿਆ ਜਾਂਦਾ ਹੈ ਜਿਹਦੇ ਵਿੱਚ ਕਬੂਤਰਾਂ ਦੀ ਪਟਾਈ ਦੇਸੀ ਮਹੀਨੇ ਦੇ ਲਿਹਾਜ਼ ਨਾਲ ਹੁੰਦੀ ਹੈ। ਤੇ ਇਹਦੇ ਵਿੱਚ ਕਬੂਤਰਾਂ ਮੈਂ ਤੇ ਇਸ ਆਖੇ ਚੁੰਦਾ ਪਹਿਲੇ ਤਾਂ ਬੰਦੇ ਨੂੰ ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਕਿ ਆਪਣੇ ਆਪੇ ਝਾੜ ਕੇ ਕਬੂਤਰ ਜਿਹੜੇ ਨੇ ਨਾ 10 ਪਰ ਸਾਫ਼ ਹੋਣ। ਤੇ ਬਾਅਦ ਕਾਦ ਕਬੂਤਰਾਂ ਦੀ ਜਿਹੜੀ ਅਕਸਰੀਅਤ ਤਾਦਾਦ ਦੇ ਵਿੱਚ ਕਬੂਤਰਾਂ ਦੀ ਸਾਰੀ ਪਟਾਈ ਹੀ ਕਰਨੀ ਪੈਂਦੀ। ਤੇ ਬਿਹਤਰ ਤਰੀਕਾ ਹੈ ਕਿ 10-15 ਦਿਨ ਪਹਿਲੇ ਯਾਨੀ ਕਿ 8 ਤੋਂ 10 ਫਰਵਰੀ ਦੇ ਵਿੱਚ ਕਬੂਤਰਾਂ ਦੀ ਪਹਿਲੇ ਪੁੱਛਲ ਪੱਟ ਦਿੱਤੀ ਜਾਣੀ ਚਾਹੀਦੀ। ਉਹ 10-15 ਦਿਨ ਦੇ ਵਿੱਚ ਨਾ ਤਕਰੀਬਨ ਥੋੜੀ ਨਿਕਲ ਆਣੀ। ਉਸ ਤੋਂ ਬਾਅਦ ਜਿਹੜੇ ਪਰ ਨੇ ਕਬੂਤਰਾਂ ਦੇ ਉਹ ਪੱਟ ਦੇਣੇ ਚਾਹੀਦੇ ਨੇ। ਕੋਸ਼ਿਸ਼ ਕਰੋ ਭਾਈ ਵੀ ਜਿਹੜੇ ਕਬੂਤਰ ਪਰ ਆਪਦੀ ਆਪੇ ਝਾੜ ਕੇ ਕੱਢ ਲੈ ਰਹੇ ਨੇ ਨਾ, ਉਹਨਾਂ ਕਬੂਤਰਾਂ ਉਹਨਾਂ ਪਰਾਂ ਨੂੰ ਬਿਲਕੁਲ ਹੀ ਨਾ ਛੇੜੋ। ਜਿਹੜੇ ਸੱਟਣ ਵਾਲੇ ਪਰ ਹੈ ਨੇ ਉਹਨਾਂ ਨੂੰ ਛੇਕ ਦਿਓ। ਅਗਰ ਤੁਸੀਂ ਸਾਰੇ ਕਬੂਤਰ ਪਟਣੇ ਨੇ ਤੇ ਕਬੂਤਰ ਨੂੰ ਸਭ ਤੋਂ ਪਹਿਲੇ ਤੁਸੀਂ ਵੇਖੋ ਕਿ ਉਹਦੀ ਤਬੀਅਤ ਕਿਵੇਂ। ਕਬੂਤਰ ਜੈਸੇ ਨਵਾਂ ਸਾਰ ਹੁੰਦਾ, ਕਬੂਤਰ ਦਾ ਬੜਾ ਜ਼ੋਰ ਲੱਗਦਾ ਹੈ, ਠੀਕ ਹੈ। ਜਿਸਮ ਦੇ ਵਿੱਚ ਜਿੰਨੀ ਵੀ ਫੈਟ ਹੁੰਦੀ ਹੈ ਨਾ ਉਹ ਸਾਰੀ ਉਹਨੂੰ ਯੂਜ਼ ਕਰਨੀ ਪੈਂਦੀ ਹੈ ਨਵੇਂ ਪਰਾਂ ਦੀ ਅਫਜ਼ਾਇਸ਼ ਵਾਸਤੇ। ਜਿਸ ਟਾਈਮ ਨਵੇਂ ਪਰ ਨਿਕਲਣੇ ਸ਼ੁਰੂ ਹੋ ਜਾਂਦੇ ਨੇ ਤੇ ਫਿਰ ਉਹਦੇ ਨਾਲ ਕਬੂਤਰ ਦੀ ਖੁਰਾਕ ਵੀ ਤਿਆਰ ਕਰਨੀ ਪੈਂਦੀ, ਖੁਰਾਕ ਵੀ ਦੇਣੀ ਪੈਂਦੀ। ਬੈਸਟ ਤਰੀਕਾਕਾਰ ਇਹ ਹੀ ਹੈ, ਜਿਸ ਟਾਈਮ ਤੁਸੀਂ ਕਬੂਤਰ ਨੂੰ ਪੱਟ ਲੈਂਦੇ ਜੇ ਤੇ ਦੇਸੀ ਘਿਓ ਦੇ ਜਿਹੜੇ ਨੇ ਜੀ ਪਰੌਠੇ ਉਹ ਬਣਾ ਲੈਣੇ ਨੇ। ਉਹ ਬਰੀਕ ਕਰਕੇ ਘਿਓ ਵਾਲੀ ਰੋਟੀ ਜਿਹਨੂੰ ਆਪਾਂ ਸਦਨੇ ਆ ਲਫ਼ਜ਼ਾਂ 'ਚ, ਉਹ ਉਹਨਾਂ ਨੂੰ ਪਾਣੀ ਸ਼ੁਰੂ ਕਰ ਦੇਣੀ, ਜਿਹਦੇ ਨਾਲ ਨਾ ਉਹਦਾ ਜਿਹੜਾ ਫੈਟ ਦਾ ਲੈਵਲ ਹੈ ਜਿਸਮ ਦਾ ਕਬੂਤਰ ਦਾ ਉਹ ਸਹੀ ਰਹੇਗਾ ਤੇ ਉਹ ਜ਼ਿਆਦਾ ਜਿਹੜਾ ਨਾ ਅੱਛੇ ਤਰੀਕੇ ਨਾਲ ਪਾਰ ਕੱਢੇਗਾ। ਉਸ ਤੋਂ ਬਾਅਦ ਨਾ ਕਬੂਤਰ ਮੋਟੇ ਹੋਣੇ ਸ਼ੁਰੂ ਹੋ ਜਾਂਦੇ ਨੇ ਘਿਓ ਦੇ ਨਾਲ। ਉਸ ਤੋਂ ਬਾਅਦ ਤੁਸੀਂ ਖੁਰਾਕ ਵੀ ਉਸ ਇਹਨਾਂ ਦਿਨਾਂ ਦੇ ਵਿੱਚ ਹਰ ਸ਼ਿਕਾਰੀ ਦੀ ਕੋਸ਼ਿਸ਼ ਹੁੰਦੀ ਹੈ ਕਿ ਮੇਰੇ ਕਬੂਤਰ ਸਾਰ ਪਾਰ ਹੋ ਰਹੇ ਨੇ ਕਿ ਮੈਂ ਅੱਛਾ ਦਾਣਾ ਅੱਛੀ ਖੁਰਾਕ ਉਹਨਾਂ ਨੂੰ ਪਾਵਾਂ ਤੇ ਉਹਦੇ ਵਿੱਚ ਮੋਟੇ ਹੋਣੇ ਸ਼ੁਰੂ ਹੋ ਜਾਂਦੇ ਨੇ। ਇਸ ਵਾਸਤੇ ਅਕਸਰ ਸ਼ਿਕਾਰੀਆਂ ਦੇ ਕਬੂਤਰ ਸੁਜਣੇ ਸ਼ੁਰੂ ਹੋ ਜਾਂਦੇ ਨੇ ਜਿਸ ਟਾਈਮ ਉਹਦਾ ਨਵੇਂ ਕਬੂਤਰ ਕੱਢਦੇ ਨੇ ਨਾ ਜੀ ਉਡਾਉਣ ਵਾਸਤੇ। ਜਦੋਂ ਪਹਿਲੀ ਉਡਾਨ ਵਾਸਤੇ ਕੱਢਦੇ ਨੇ ਉਦੋਂ ਸੁਜਣੇ ਸ਼ੁਰੂ ਹੋ ਜਾਂਦੇ ਨੇ। ਕੋਈ ਮੂੰਹ ਪੱਟ ਜਾਂਦੇ ਨੇ, ਕੋਈ ਡਿੱਗ ਪੈਂਦੇ ਨੇ। ਉਹ ਸ਼ਿਕਾਰੀਆਂ ਵਾਸਤੇ ਨਾ ਬੜਾ ਮਸਲਾ ਹੁੰਦਾ। ਉਹਦਾ ਸਭ ਤੋਂ ਅੱਛਾ ਤਰੀਕਾ ਜਿਹੜਾ ਅਸੀਂ ਇਸਤੇਮਾਲ ਕਰਨਾ ਹੈ, ਜਿਹੜਾ ਸਾਨੂੰ ਬਜ਼ੁਰਗਾਂ ਨੂੰ ਵਿਰਾਸਤ ਵੱਲੋਂ ਮਿਲਿਆ ਜੀ, ਵਹਿੰਦੇ ਆਏ ਹਾਂ, ਤੇ ਜਿਹੜੇ ਕਾਲੇ ਚਣੇ ਨਹੀਂ ਜੀ ਹੁੰਦੇ, ਬਰੀਕ ਚਣੇ, ਉਹ ਕੋਸ਼ਿਸ਼ ਕਰੋ ਕਿ ਕਬੂਤਰਾਂ ਨੂੰ ਕੱਢਣ ਤੋਂ 10-15 ਦਿਨ ਪਹਿਲੇ ਉਹ ਇਸਤੇਮਾਲ ਕਰਨੀ ਸ਼ੁਰੂ ਕਰ ਦਿਓ। ਕਬੂਤਰ ਉਹ ਚਨਾ ਖਾਣਗੇ, ਕਬੂਤਰ ਦੇ ਜਿਸਮ ਦਾ ਜਿਹੜਾ ਪਾਣੀ ਛਾਣੀ ਹੈ ਉਹ ਚਨਾ ਜਿਹੜਾ ਉਹ ਛਿਕ ਲਏਗਾ ਤੇ ਕਬੂਤਰ ਬਿਲਕੁਲ ਜਿਹੜਾ ਨਾ ਫਰੈਸ਼ ਹਾਲਤ 'ਚ ਆਏ। ਕਬੂਤਰ ਜਿਹੜੇ ਨੇ ਚਨਾ ਖਾਧਾ ਹੋਏਗਾ ਨਾ ਜੀ, ਇੱਕ ਤਾਂ ਉਹ ਸੁੱਜੇਗਾ ਨਹੀਂ, ਦੂਸਰੇ ਨੰਬਰ ਤੇ ਕਬੂਤਰ ਦਾ ਮੂੰਹ ਪੱਟਣ ਦਾ ਜਿਹੜਾ ਨਾ ਲੈਵਲ ਹੈ ਬਿਲਕੁਲ ਕਮ ਹੋ ਜਾਏਗਾ।
ਉਹਦੇ ਹੀ ਤੁਹਾਨੂੰ ਇੰਨੀ ਦਿੱਕਤ ਨਹੀਂ ਆਏਗੀ ਜਿੰਨੀ ਕਿ ਵੈਸੇ ਤੁਸੀਂ ਬੈਠੇ ਕਬੂਤਰ ਨੂੰ ਸਾਂਭੀ ਰੱਖਦੇ ਜੇ, ਘਿਓ ਪਾ ਦਿੰਦੇ ਜੇ ਜਾਂ ਬਦਾਮ ਸ਼ੁਰੂ ਕਰ ਦਿੰਦੇ। ਅਕਸਰ ਬੰਦੇ ਵਕਤ ਤੋਂ ਚੱਲੇ ਹੋਏ ਕਬੂਤਰਾਂ ਨੂੰ ਪੱਟ ਕੇ ਬਦਾਮ ਸ਼ੁਰੂ ਕਰ ਦਿੰਦੇ ਨੇ, ਜਿਹੜੇ ਕਿ ਪੈ ਕਬੂਤਰ ਵਾਸਤੇ ਇੰਤਹਾਈ ਨੁਕਸਾਨ ਨੇ। ਬਾਅਦ ਸ਼ਿਕਾਰੀ ਇਹ ਨਹੀਂ ਕਰਦੇ ਨੇ, ਕਬੂਤਰਾਂ ਨੂੰ ਝਾੜੇ ਪਾਣਾ ਹੋਵੇ ਤੇ ਕਬੂਤਰਾਂ ਨੂੰ ਬਦਾਮ ਸ਼ੁਰੂ ਕਰ ਦਿੰਦੇ ਨੇ ਤੇ ਰੋਕ ਦਿੰਦੇ ਨੇ। ਬਦਾਮ ਖਾਂਦਾ ਕਬੂਤਰ ਉਹ ਜ਼ਿਆਦਾ ਜਲਦੀ ਪਰ ਸੱਟਣਾ ਸ਼ੁਰੂ ਕਰ ਦਿੰਦਾ। ਤੇ ਮੈਂ ਇਸ ਹਾਕੇ 'ਚ ਨਹੀਂ ਹਾਂ। ਜਿਸ ਟਾਈਮ ਕਬੂਤਰਾਂ ਨੂੰ ਹਾਂ ਘਿਓ ਬਹੁਤ ਜ਼ਰੂਰੀ ਹੈ, ਉਸ ਤੋਂ ਬਾਅਦ ਜਿਹੜੀ ਤੁਹਾਡੀ ਖੁਰਾਕ ਹੈ, ਗੰਦਮ ਹੈ, ਸਰੋਂ ਪਾ ਲੈਂਦੇ ਜੇ, ਠੀਕ ਹੈ। ਕੁੱਸੂ ਬਹੁਤ ਮੁਫੀਦ ਹੈ, ਕੁੱਸੂ ਇੰਤਹਾਈ ਅੱਛਾ ਹੈ। ਤੇ ਗੰਦਮ ਤਾਂ ਰੂਟੀਨ ਦੇ ਵਿੱਚ, ਤੇ ਬਾਜਰਾ ਵੀ, ਬਾਜਰੇ ਦਾ ਵੀ ਕੋਈ ਹਰਜ ਨਹੀਂ। ਬਾਅਦ ਬੰਦੇ ਆਉਂਦੇ ਨੇ ਜੀ ਗਰਮ ਹੁੰਦਾ ਜੀ ਕਬੂਤਰ ਮੂੰਹ ਪੜਦੇ ਨਹੀਂ, ਉਹਦਾ ਵੀ ਕੋਈ ਹਰਜ ਨਹੀਂ, ਬਾਜਰਾ ਵੀ ਯੂਜ਼ ਕਰਨਾ ਚਾਹੀਦਾ। ਇਸੇ ਤਰ੍ਹਾਂ ਕਬੂਤਰਾਂ ਨੂੰ ਐਂਡ ਤੇ ਚਨੇ ਤੁਸੀਂ ਪਾ ਲੈਂਦੇ ਜੇ ਤੇ ਮਾਸ਼ਾਅੱਲਾ ਜ਼ਬਰਦਸਤ ਹੋ ਜਾਂਦਾ ਹੈ। ਅਗਰ ਇੰਨਾ ਕੁ ਤੁਸੀਂ ਖਿਆਲ ਕਰ ਲਓ, ਇਹ ਇੱਕ ਜਿਸ ਟਾਈਮ ਤੁਸੀਂ 20-25 ਫਰਵਰੀ ਨੂੰ ਪੱਟ ਲੈਂਦੇ ਜੇ ਤੇ ਅਪ੍ਰੈਲ ਦੀ 5-6 ਤਰੀਕ ਨੂੰ ਕਬੂਤਰ ਜਿਹੜੇ ਨੇ ਨਾ ਤੁਹਾਡੇ ਉਹ ਛਤਰੀਆਂ ਤੇ ਪਵਾਉਣ ਵਾਲੇ ਹੋ ਜਾਂਦੇ ਨੇ, ਗੇੜੇ ਪਵਾਉਣ ਵਾਲੇ ਹੋ ਜਾਂਦੇ ਨੇ। ਤੇ ਮੇਰਾ ਨਹੀਂ ਖਿਆਲ ਕਿ ਇਹ ਜਿਹੜਾ 1.5 ਮਹੀਨਾ ਹੈ, ਅਗਰ ਸ਼ਿਕਾਰੀ ਇੰਨੀ ਕੁ ਕਰ ਲਵੇ ਖੇਚਲ ਤੇ ਸੀਜ਼ਨ ਹੁੰਦਾ ਆਸਾਨ ਹੈ। ਉਹ ਬਿਹਤਰ ਤਰੀਕੇ ਨਾਲ ਕਬੂਤਰਾਂ ਨੂੰ ਸਮਝ ਵੀ ਲੈਂਦਾ। ਅਗਰ ਇਹ 1.5 ਮਹੀਨਾ ਟਾਈਮ ਦੇ ਲੈਂਦਾ, ਉਹਦੇ ਕਬੂਤਰ ਬਿਹਤਰ ਉੱਡਦੇ ਨੇ ਸੀਜ਼ਨ ਦੇ ਵਿੱਚ। ਅਗਰ ਸੀਜ਼ਨ ਦੀ ਰੂਟੀਨ ਉਹੀ ਹੁੰਦੀ ਹੈ ਜੀ, ਆਪਣਾ ਜਿਹੜੇ ਕੋਈ 4 ਵੱਲ ਗੇੜੇ ਮਾਰਨ ਵਾਲੇ ਹੁੰਦੇ ਨੇ ਉਹਨਾਂ ਨੂੰ ਬੰਦੇ ਜੋਟਾਂ ਹੀ ਪਾ ਲੈਂਦੇ ਨੇ, ਦਾਣਾ ਪਾਣੀ ਉਹਨਾਂ ਦਾ ਬਦਾਮ ਸ਼ਦਾਮ ਸ਼ੁਰੂ ਕਰ ਲੈਂਦੇ ਨੇ। ਫਿਰ ਆਪਣੀ ਮਖਸੂਸ ਅੱਡੇ ਜਿਹੜੇ ਜਗ੍ਹਾ ਹੁੰਦੀ ਹੈ ਪੁਆਇੰਟਾਂ 'ਚ ਉਡਾਉਣ ਵਾਲੀ, ਉਹਨਾਂ ਜਗ੍ਹਾ 'ਤੇ ਜਾ ਕੇ ਆਪਣੇ ਅੱਡੇ ਲਾਉਂਦੇ ਨੇ। ਸ਼ਿਕਾਰੀ ਹਜ਼ਰਾਤ ਸ਼ੌਕ ਕਰਦੇ ਨੇ। ਤੇ ਸਰਦਾਰ ਜੀ ਇੱਕ ਚੀਜ਼ ਹੈ ਕਿ ਬਾਅਦ ਲੋਕ ਪਹਿਲੇ ਦੁਮ ਪੜ ਦਿੰਦੇ ਨੇ ਕਬੂਤਰ ਦੇ ਨਾ ਜੀ, 15-20 ਦਿਨ ਪਹਿਲਾਂ ਜਾਂ 10 ਦਿਨ ਪਹਿਲਾਂ ਦੁਮ ਪੜਤੀ, ਫਿਰ ਬਾਅਦ ਇਹਦੇ ਇਹ ਕੀ ਰੂਟੀਨ ਹੋਣਾ ਚਾਹੀਦਾ, ਇਹਦਾ ਕੀ ਰਿਦਮ ਹੋਣਾ ਚਾਹੀਦਾ ਕਬੂਤਰਾਂ ਦੀ ਪਟਾਈ ਦੇ ਹਵਾਲੇ ਇਹ ਜੀ ਬਿਲਕੁਲ ਠੀਕ ਹੈ ਤਰੀਕਾ, ਅਸੀਂ ਇਹਨੂੰ ਗਲਤ ਨਹੀਂ ਆਖਾਂ। ਕਿਉਂਕਿ ਯਕਦਮ ਜਿਸ ਟਾਈਮ ਜਿਸਮ ਦੇ ਵਿੱਚੋਂ ਪਾਰ ਨਿਕਲਦੇ ਨੇ ਨਾ ਜੀ ਕਬੂਤਰਾਂ ਦੇ, ਤੇ ਜਿਸਮ ਪੂਰੇ ਦਾ ਜਿਹੜਾ ਨਾ ਜੀ ਜ਼ੋਰ ਲੱਗਦਾ, ਕਬੂਤਰ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦੇ ਨੇ। ਜਦੋਂ ਕਬੂਤਰਾਂ ਦਾ ਜ਼ੋਰ ਲੱਗਦਾ ਤੇ ਜ਼ਾਹਰੀ ਗੱਲ ਹੈ ਉਹ ਸ਼ਿਕਾਰੀ ਫਿਰ ਇਸ ਲਿਹਾਜ਼ ਨਾਲ ਰਹਿੰਦੇ ਨੇ ਵੀ ਅਸੀਂ ਹੋ ਸਕਦਾ ਕਬੂਤਰਾਂ ਨੂੰ ਡਾਈਟ ਉਹ ਨਾ ਦੇ ਸਕੀਏ। ਉਹ 10 ਦਿਨ ਪਹਿਲੇ ਪੁਸ਼ਲ ਪੱਟ ਦਿੰਦੇ ਨੇ, 15 ਦਿਨ ਪਹਿਲੇ। ਜਿਹੜੀ 10-15 ਦਿਨ ਪਹਿਲੇ ਪੱਟੀ ਹੈ ਉਹਦੇ ਜਿਹੜੇ ਹੁੰਦੇ ਨੇ ਸੂਏ ਉਹ ਨਿਕਲੇ ਆਉਂਦੇ ਨੇ ਚੰਗੀ ਤਰ੍ਹਾਂ, ਤੇ ਉਹ ਸਹੀ ਗਰੋਥ ਕਰਨ ਲੱਗ ਪੈਂਦੇ ਨੇ। ਉਹਨਾਂ ਨੂੰ ਵੇਖਦੇ ਹੋਇਆ ਉਸ ਵੇਲੇ ਦੂਸਰੇ ਪਰਾਂ ਦੀ ਪਟਾਈ ਕਰ ਦਿੰਦੇ ਨੇ। ਤੇ ਬਾਅਦ ਸ਼ਿਕਾਰੀ ਹਜ਼ਰਾਤ ਨੇ ਜੀ ਪੂਰੀ ਜਾਲੀ ਪੱਟ ਦਿੰਦੇ ਨੇ, ਕਿ ਜਿਹੜੀ ਉੱਤੋਂ ਤੇ ਥੱਲੋਂ ਜਿਹੜੀ ਜਾਲੀ ਹੁੰਦੀ ਹਾਂਜੀ ਮੋਢਿਆਂ ਦੇ ਉਤਲੀ ਹੈ ਨਾ ਜੀ, ਜਿਹੜੀ ਬਿਲਕੁਲ ਇੱਕ ਚਿੜੀ ਦੇ ਬੋਟ ਦੀ ਵਾਂਗੂ ਨਾ ਕਬੂਤਰ ਨੂੰ ਬਣਾ ਦਿੰਦੇ ਨੇ। ਮੈਂ ਉਸ ਹਾਕੇ 'ਚ ਨਹੀਂ। ਸਹੀ। ਅਕਸਰ ਮੇਰੇ ਸ਼ਿਕਾਰੀ ਭਾਈ ਇਹ ਕੰਮ ਕਰਦੇ ਨੇ, ਬਿਲਕੁਲ ਬੋਟ ਬਣਾ ਦੇਣਾ। ਮੈਂ ਉਸ ਹਾਕੇ 'ਚ ਨਹੀਂ। ਕੁਦਰਤ ਦਾ ਐਸਾ ਨਿਜ਼ਾਮ ਹੈ ਜੀ, ਆਪਦੇ ਵਕਤ ਦੇ ਨਾਲ ਕਬੂਤਰ ਆਪਦੇ ਜਿਸਮ ਦੇ ਹਰ ਹਿੱਸੇ ਦਾ ਪਾਰ ਜਿਹੜਾ ਸੱਟਦਾ ਤੇ ਨਵਾਂ ਪਾਰ ਕੱਢਦਾ ਹੈ ਜੀ। ਸਹੀ। ਤੇ ਮੁੜ ਸਾਨੂੰ ਉਹਦੇ ਨਾਲ ਧੱਕਾ ਕਰਨ ਦੀ ਕੋਈ ਜ਼ਰੂਰਤ ਨਹੀਂ। ਜਿਹੜੇ ਵੱਡੇ ਪਾਰ ਨੇ ਨਾ ਜੀ, ਉਹ ਸਾਡੀ ਜ਼ਰੂਰਤ ਹੁੰਦੀ ਹੈ ਟਾਈਮਿੰਗ ਦੇ ਹਿਸਾਬ ਨਾਲ। ਸ਼ਿਕਾਰੀਆਂ ਕੋਲ ਇੰਨੇ ਕਬੂਤਰ ਨਹੀਂ ਹੁੰਦੇ। ਮੈਂ ਤਾਂ ਇਸ ਹੱਕ 'ਚ ਕਬੂਤਰ ਪੱਟਣਾ ਨਹੀਂ ਚਾਹੀਦਾ। ਆਪਦੀ ਰੂਟੀਨ ਦੇ ਨਾਲ ਕਬੂਤਰ ਸਾਰ ਪਾਰ ਹੋ ਜਾਵੇ ਤਾਂ ਉਹਨੂੰ ਤੁਸੀਂ ਉਡਾਓ। ਮੇਰੇ ਕੋਲ ਅਗਰ 50 ਕਬੂਤਰ ਹੈ ਨਾ ਜੀ, ਤੇ ਮੈਂ ਵੀ ਧੱਕਾ ਕਰ ਲੈਣਾ ਕਿ ਮੈਂ ਆਖਾਂ ਕਿ ਮੈਂ ਨਹੀਂ ਕਰਦਾ, ਮੈਂ ਵੀ ਕਰ ਲੈਣਾ। ਲੇਕਿਨ ਮੇਰੇ ਵਾਲਿਦ ਸਾਹਿਬ ਦੀ ਕੋਸ਼ਿਸ਼ ਇਹ ਹੀ ਹੁੰਦੀ ਹੈ ਕਿ ਅੱਧੇ ਤੋਂ ਜ਼ਿਆਦਾ ਕਬੂਤਰ ਜਿਹੜੇ ਨੇ ਨਾ ਆਪਦੀ ਆਪੇ 10 ਪਰਨ, ਜਿਹੜੇ ਸਾਫ਼ ਹੋਏ ਨੇ ਉਹਨਾਂ ਨੂੰ ਨਹੀਂ ਚਾਹੀਦੇ। ਤੇ ਸਰਦਾਰ ਜੀ ਜਿਹੜੇ ਖੁਦ ਬਖੁਦ ਜਿਹੜੇ ਵਿੱਚ ਰਹਿੰਦੇ ਨੇ ਪਿੰਜਰਿਆਂ ਦੇ ਵਿੱਚ ਆਪਣੇ ਜਿਹੜੇ ਨਾ ਜਿਵੇਂ ਜਾਲ ਬਣੇ ਹੋਏ ਨੇ, ਤੁਹਾਡੇ ਪਿੱਛੇ ਜਾਲ ਬਣੇ ਨੇ, ਜਾਲਾਂ ਦੇ ਵਿੱਚ ਕਬੂਤਰ ਜਿਹੜੇ ਫੇਰ ਰਹੇ ਹਨ ਖੁਦ ਬਖੁਦ 10 ਪਰ ਸਾਫ਼ ਹੋ ਰਹੇ ਨੇ, ਕਿਆ ਕਿ ਉਹ ਉਹਦਾ ਕੰਮ ਦੇ ਜਾਂਦੇ ਜੀ? ਅਕਸਰ ਸ਼ਿਕਾਰੀ ਕਹਿੰਦੇ ਨੇ ਕਿ ਨਹੀਂ ਕੰਮ ਦਿੰਦੇ। ਨਹੀਂ, ਇੱਕ ਟਾਈਮ ਪੀਰੀਅਡ, ਇੱਕ ਲਿਮਟ ਹੁੰਦੀ ਭਾਈ ਜਾਨ। ਕਬੂਤਰ ਸਾਲ 'ਚ ਇੱਕ ਵਾਰੀ ਪਰ ਸੱਟ ਕੇ ਸਾਫ਼ ਕਰਦਾ। ਅੱਛਾ, ਸਾਲ 'ਚ ਇੱਕ ਦਫਾ ਜਿਸ ਟਾਈਮ ਉਹ ਪੂਰੇ ਕਰ ਲੈਂਦਾ, ਮੁੜ ਉਹਨੂੰ ਕੋਈ 3-4 ਮਹੀਨੇ ਤਾਂ ਲੱਗਦੇ ਨੇ ਜੀ। ਜਿਹੜਾ ਕਬੂਤਰ ਆਈ ਤੁਹਾਡਾ ਸਰ ਪਰ ਹੋ ਗਿਆ, ਯਾਨੀ ਕਿ ਤੀਸਰੇ ਮਹੀਨੇ 'ਚ ਹੋ ਜਾਂਦਾ, ਜਾਂ 1-2 ਪਰ ਉਹਦੇ ਫਰਵਰੀ 'ਚ ਰਹਿੰਦੇ ਨੇ, ਤੇ ਤੀਸਰੇ ਮਹੀਨੇ ਤੱਕ ਉਹ ਆਪੇ ਸੱਟ ਕੇ ਸਾਫ਼ ਹੋ ਜਾਂਦਾ। ਤੇ ਤੁਸੀਂ ਮੈਨੂੰ ਇੱਕ ਰੂਟੀਨ ਦੇ ਵਿੱਚ ਜਿਹੜੀਆਂ ਬਾਜ਼ੀਆਂ ਨੇ ਤੁਹਾਡੀਆਂ, ਉਹ ਤੁਸੀਂ ਹਾੜ ਦੇ ਐਂਡ ਤੱਕ ਲੈ ਜਾਂਦੇ ਹੋ। ਸ਼ਾਜ਼ੋ ਨਾਜ਼ਰ ਅਗਰ ਸਾਵਣ 'ਚ ਜਾਵਣ ਤਾਂ, ਜਾਂ ਜਿਹੜੇ ਬਾਈਆਂ ਦੀਆਂ ਕਹਿਰੀਆਂ ਬਾਜ਼ੀਆਂ ਹੁੰਦੀਆਂ ਨੇ ਉਹ ਡਾਲੇ ਸਾਵਣ 'ਚ। ਵੈਸੇ ਰੂਟੀਨ 'ਚ ਕਬੂਤਰ ਝਾੜੇ ਪੈਣੇ ਸ਼ੁਰੂ ਹੋ ਜਾਂਦੇ, ਤੇ 3 ਮਹੀਨੇ ਦਾ ਟਾਈਮ ਹੁੰਦਾ ਤੁਹਾਡੇ ਕੋਲ ਕਬੂਤਰਬਾਜ਼ੀ ਦਾ, ਇਹ ਸ਼ੌਕ ਦਾ। ਤੇ 3 ਮਹੀਨੇ ਉਹ ਦੂਏ ਕਬੂਤਰਾਂ ਦੀ ਨਿਸਬਤ ਤੁਹਾਡੇ ਬਹੁਤ ਅੱਛੇ ਫਾਰਮ ਵਿੱਚ ਹੁੰਦੇ ਨੇ ਕਬੂਤਰ, ਬੜਾ ਅੱਛਾ ਰਿਜ਼ਲਟ ਦਿੰਦੇ ਨੇ। 3 ਮਹੀਨੇ ਉਹਨਾਂ ਦੇ ਪਰ ਨਹੀਂ ਡਿੱਗਣ ਲੱਗੇ। ਤੇ ਬਾਅਦ 'ਚ ਹਜ਼ਰਾਤ ਆਉਂਦੇ ਨੇ ਜੀ ਕਬੂਤਰ ਨੂੰ ਨਵਾ ਦਿਓ ਤੇ ਉਹ ਪਰ ਕਰੀਜ਼ ਪੈ ਜਾਂਦਾ, ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ।
ਮੇਰੇ ਬਦਾਮਾਂ ਵਾਲੇ ਕਬੂਤਰ ਨੇ ਤੇ ਮੇਰੀ ਕੋਸ਼ਿਸ਼ ਇਹ ਹੁੰਦੀ ਕਿ 8ਵੇਂ ਦਿਨ ਉਹ ਵੀ ਨਾ ਹੋਣ। ਅਗਰ ਮੇਰੇ ਬੱਚਿਆਂ ਵਾਲੇ ਨੇ ਤੇ ਉਹ ਵੀ ਮੇਰੀ ਕੋਸ਼ਿਸ਼ ਹੁੰਦੀ 8ਵੇਂ ਦਿਨ ਨਾ ਹੋਣ। ਸਰਦੀ ਗਰਮੀ ਦੇ ਵਿੱਚ ਸਰਦੀ ਗਰਮੀ ਦੇ ਵਿੱਚ ਉਹਨਾਂ ਪਿਛਲੇ ਦਿਨਾਂ ਦੇ ਵਿੱਚ ਮੌਸਮ ਖਰਾਬ ਰਿਹਾ, ਬਾਰਿਸ਼ ਵੀ ਰਹੀ ਹੈ, ਇਹਨਾਂ ਦਿਨਾਂ ਦੇ ਵਿੱਚ ਯਕੀਨ ਕਰੋ ਕਿ ਮੇਰੇ ਕਬੂਤਰ ਨਾਂਦੇ ਰਹੇ। ਦੋ ਦਫਾ ਮੈਂ ਪਾਣੀ ਪਾਣਾ ਜੀ ਤੇ ਕਬੂਤਰਾਂ। ਸਰਦਾਰ ਜੀ ਅਕਸਰ ਲੋਕ ਜਿਹੜੇ ਨਾ ਜਦੋਂ ਕਬੂਤਰ ਪੱਟ ਲੈਂਦੇ ਜਾਂ ਉਹਨਾਂ ਨੂੰ ਫਿਰ ਉਹ ਨਵਾਉਣਾ ਖਤਮ ਕਰ ਦਿੰਦੇ, ਸਿਰਫ ਪਾਣੀ ਉਹਨਾਂ ਕੁ ਪਾਉਂਦੇ ਜਿੰਨਾ ਕੋ ਪੀ ਲੈਣ ਕਿ ਨਵਾਉਣ ਵਾਲਾ ਸੀ। ਇਹ ਮਕਸਦ ਹੈ ਕਿ ਇਹ ਨਹੀਂ ਕਰਨਾ ਚਾਹੀਦਾ, ਨਵਾਉਣਾ ਚਾਹੀਦਾ ਕਬੂਤਰ, ਨਵਾਉਣਾ ਚਾਹੀਦਾ ਕਬੂਤਰ। ਨਾਣਾ ਕਬੂਤਰ ਦੀ ਸਿਹਤ। ਜਿਸ ਟਾਈਮ ਤੁਸੀਂ ਕਬੂਤਰ ਨੂੰ ਨਵਾਉਂਦੇ ਜੇ ਨਾ ਜੀ, ਮੈਂ ਤੁਹਾਨੂੰ ਇੱਕ ਹੋਰ ਦੱਸਣਾ ਜੀ, ਜਿਸ ਟਾਈਮ ਤੁਸੀਂ ਕਬੂਤਰ ਨੂੰ ਨਵਾਉਂਦੇ ਜੇ ਜਾਂ 2 ਟਾਈਮ ਪਾਣੀ ਬਦਲਦੇ ਜੇ ਨਾ ਪਾਉਂਦੇ, ਇੱਕ ਟਾਈਮ ਜਿਸ ਟਾਈਮ ਵਹਿੰਦੇ ਕਬੂਤਰ ਦਾ ਪਾਣੀ ਗੰਦਾ ਹੋ ਜਾਂਦਾ ਨਾ, ਖਰਾਬ ਹੋ ਜਾਂਦਾ, ਕਬੂਤਰ ਖੁਦ ਬਖੁਦ ਉਹਦੇ ਨੇੜੇ ਨਹੀਂ ਆਉਂਦਾ ਪਾਣੀ ਦੇ। ਸਹੀ, ਉਹਦੇ ਕਬੂਤਰ ਨੇ ਬਿਲਕੁਲ ਨੇੜੇ ਨਹੀਂ ਆਉਣਾ। ਤੇ ਸਾਡਾ ਨਾ ਕੋ ਸਿਸਟਮ ਇੰਦਾ ਹੁੰਦਾ ਕਿ ਅਸੀਂ ਸਰਦੀ ਦੀ ਵਜ੍ਹਾ ਤੋਂ ਕਬੂਤਰਾਂ ਦੇ ਵਿੱਚ ਖੁੱਡਿਆਂ ਦੇ ਵਿੱਚ ਸੱਟ ਦਿੰਦੇ ਹਾਂ ਤੂੜੀ। ਸਹੀ, ਤੇ ਤੂੜੀ ਦੇ ਦੌਰਾਨ ਉਹ ਕਬੂਤਰਾਂ ਦੇ ਪੈਰਾਂ ਦੇ ਨਾਲ ਉਹਨਾਂ ਦੀ ਜਿਹੜੀ ਹੈ ਨਾ ਵੇਠ ਲੱਗ ਜਾਂਦੀ ਹੈ। ਬਿਲਕੁਲ, ਜੋ ਗਿਲਟੀਆਂ ਜੇ ਬਣ ਜਾਂਦੀਆਂ। ਗਿਲਟੀਆਂ ਤੋਂ ਹਟ ਕੇ ਨਾ ਜੀ ਉਹ ਜਿਹੜੀ ਕਿ ਕਬੂਤਰਾਂ ਦੀ ਅਸਲ ਬਿਮਾਰੀ ਦਾ ਮੌਜੂ ਬਣਦੀ, ਸਹੀ, ਉਹਨੂੰ ਪੈਰਾਂ ਦੇ ਨਾਲੋਂ ਲਾਹਮਣ ਦੀ ਵਜ੍ਹਾ ਲਈ ਕਬੂਤਰ ਆਪਦੀ ਚੁੰਝ ਇਸਤੇਮਾਲ ਕਰਦਾ, ਚੁੰਝ ਮਾਰਦਾ ਵੀ ਇਹ ਉਤਰ ਜਾਵੇ। ਉਹ ਉਵੇਂ ਉਹਦੀ ਚੁੰਝ ਨਾਲ ਵੀ ਲੱਗ ਜਾਂਦੀ ਹੈ, ਉਹਦੀਆਂ ਨਾਸਾਂ ਦੇ ਨਾਲ ਰਹਿੰਦੀ ਹੈ। ਉਹ ਇੱਕ ਬੁਰੀ ਸਮੈਲ ਹੁੰਦੀ ਹੈ ਜਿਹੜੀ ਨਜ਼ਲੇ ਦਾ, ਅੱਖਾਂ 'ਚ ਪਾਣੀ ਦਾ ਬਾਇਸ ਬਣਦੀ। ਅਗਰ ਤੁਸੀਂ 2 ਟਾਈਮ ਕਬੂਤਰ ਨੂੰ ਪਾਣੀ ਪਾਓਗੇ ਤਾਂ ਉਹ 2 ਟਾਈਮ ਤਾਜ਼ੇ ਪਾਣੀ ਦੇ ਵਿੱਚ ਨੋਕ ਮਾਰੇਗਾ ਨਾ, ਉਹਦੀ ਇੱਕ ਤਾਂ ਉਹ ਸਾਫ਼ ਰਹੇਗੀ। ਸਹੀ, ਦੂਸਰੇ ਨੰਬਰ ਤੇ ਅਗਰ ਤੁਸੀਂ ਕਬੂਤਰ ਨੂੰ ਨਵਾਉਂਦੇ ਹੋ, ਚੌਥੇ ਦਿਨ ਨਵਾਉਂਦੇ ਹੋ, 8ਵੇਂ ਦਿਨ ਨਵਾਉਂਦੇ ਹੋ, ਤੇ ਉਹਦੇ ਵਿੱਚ ਕਬੂਤਰ ਸਾਰਾ ਜਿਸਮ ਹੀ ਉਹਦਾ ਸਾਫ਼ ਹੋ ਜਾਂਦਾ। ਉਹਦੇ ਪੈਰਾਂ ਨੂੰ ਪਾਣੀ ਲੱਗਦਾ, ਉਹਦੀ ਚੁੰਝ ਨੂੰ ਵੀ ਲੱਗਦਾ, ਉਹਦੇ ਪਰਾਂ ਨੂੰ ਵੀ ਲੱਗਦਾ। ਪਰਾਂ ਦੇ ਵਿੱਚ ਇੱਕ ਮੈਲ ਜੀ ਟੈਪ ਆਖ ਲੈਂਦੇ ਨਾ ਜੀ, ਇੱਕ ਬਣ ਜਾਂਦਾ ਸਫੈਦ ਰੰਗ ਦੇ, ਜਿਹੜੀ ਬਿਲਕੁਲ ਹੁੰਦੀ ਹੈ, ਲਹਿਰ ਜੀ ਬਣੀ ਹੁੰਦੀ। ਅਕਸਰ ਜਦੋਂ ਫਿਰ ਕਬੂਤਰ ਜਦੋਂ ਉਡਾਉਂਦੇ ਸਰਦਾਰ ਜੀ ਉਹਨੂੰ ਸਾਹ ਵੀ ਕਰਦੇ ਨੇ, ਫੁੱਕੇ ਮਾਰ ਕੇ ਮੂੰਹ ਸਾਰੇ ਲਿਵੜੇ ਹੁੰਦੇ। ਹਾਂਜੀ, ਅਗਰ ਉਹ ਕਬੂਤਰ ਨਾਵਣ ਨਾ ਜੀ, ਉਹ ਚੀਜ਼ ਉਹਨਾਂ ਦੇ ਪਰਾਂ ਦੇ ਵਿੱਚ ਪੈਦਾ ਨਹੀਂ ਹੁੰਦੀ। ਕਬੂਤਰ ਦਾ ਜਿਸਮ ਹੌਲਾ ਹੋ ਜਾਂਦਾ, ਜਿਹੜੀ ਥਕਾਨ ਹੈ ਨਾ ਕਬੂਤਰ ਦੀ, ਉਹ ਨਾਵਣ ਨਾਲ ਖਤਮ ਹੋ ਜਾਂਦੀ। ਤੇ ਇੰਨੀਆਂ ਬਿਮਾਰੀਆਂ ਦੇ ਵਿੱਚੋਂ ਨਾ ਜੀ ਸਿਰਫ 2 ਕੰਮ ਨੇ। ਅਗਰ 2 ਟਾਈਮ ਤੁਸੀਂ ਕਬੂਤਰ ਦਾ ਪਾਣੀ ਬਦਲਦੇ ਹੋ ਨਾ ਜੀ, ਸਹੀ, ਤੇ ਤੁਸੀਂ ਇੰਨੀਆਂ ਬਿਮਾਰੀਆਂ ਤੋਂ ਬਚ ਸਕਦੇ ਹੋ। ਸਿਰਫ 2 ਟਾਈਮ ਪਾਣੀ ਬਦਲਣਾ, 2 ਟਾਈਮ ਸੁਬਹ ਸ਼ਾਮ। ਮਕਸਦ ਇਹ ਨਹੀਂ ਕਰਨਾ ਚਾਹੀਦਾ ਜਿਵੇਂ ਸਾਡਾ ਰੂਟੀਨ ਹੈ ਜੀ ਕਿ ਅਸੀਂ ਮੁਲਾਜ਼ਮ ਬੰਦੇ ਜਾਂ ਮਕਸਦ ਹੈ ਕਿ ਕੰਮਕਾਰ ਵਾਲਾ ਬੰਦਾ ਸੁਬਹ ਜਾਂਦਾ, ਪਾਣੀ ਸ਼ਾਨੀ ਰੱਖ ਕੇ ਜਾ ਜਾਂਦਾ, ਸ਼ਾਮ ਤੱਕ ਉਹਨਾਂ ਦਾ ਹੀ ਪਾਣੀ ਪਿਆ ਹੁੰਦਾ। ਹਾਂਜੀ, ਮਕਸਦ ਇਹ ਤੁਹਾਡਾ ਮਕਸਦ ਹੈ ਕਿ ਉਹਨੂੰ 2 ਟਾਈਮ ਪਾਣੀ ਬਦਲਣਾ ਲਾਜ਼ਮੀ ਹੈ ਜੀ। ਇੱਕ ਵਾਰੀ ਵੇਖ ਲਓ ਜੀ, ਤੁਸੀਂ ਪਾਣੀ ਬਦਲ ਦਿੰਦੇ ਹੋ ਨਾ ਜੀ ਕਬੂਤਰਾਂ ਦਾ, ਤੇ ਸਾਰੇ ਕਬੂਤਰ ਆ ਕੇ ਪਾਣੀ ਪੀ ਲੈਂਦੇ ਨੇ। ਉਹਨਾਂ ਦੇ ਵਿੱਚੋਂ ਅਗਰ ਤੁਹਾਡੇ ਕੋਲ 40 ਕਬੂਤਰ ਹੈ ਨਾ, ਤੇ 30 ਕਬੂਤਰ ਪਾਣੀ ਪੀ ਲੈਂਦੇ ਨੇ, 10 ਨੇ ਨਹੀਂ ਪੀਣਾ। ਕਦੀ ਆਪ ਕੋਲ ਖਲੋ ਕੇ ਨਾ ਇਸ ਚੀਜ਼ ਨੂੰ ਅੱਛੀ ਤਰ੍ਹਾਂ ਵੇਖ ਲਿਆ ਜੀ। ਜਿਨ੍ਹਾਂ ਨੂੰ ਉਹਨਾਂ 10 ਦਾ ਦਿਲ ਕਰਨਾ, ਉਹ ਪਾਣੀ ਪੀਣ ਦੇ ਕਾਬਿਲ ਨਹੀਂ ਰਹਿਣਾ। ਮਕਸਦ ਉਹ ਖਰਾਬ ਹੋ ਜਾਣਾ, ਪਾਣੀ ਉਹ ਖਰਾਬ ਹੋ ਜਾਣਾ। ਜਦੋਂ ਤੁਸੀਂ ਦੂਸਰੀ ਵਾਰੀ ਬਦਲਣਾ ਹੈ, ਉਹਨਾਂ 10 ਵੀ ਪੀਣਾ ਹੈ। ਜਿਹੜੇ ਉਹ ਦੂਸਰੇ 30 ਕਬੂਤਰ ਪਹਿਲੇ ਪੀ ਗਏ ਨੇ, ਉਹਨਾਂ ਵੀ ਕਬੂਤਰਾਂ ਨੇ ਨੋਕ ਲਾਣੀ ਹੈ। ਸਹੀ ਹੋ ਗਿਆ। ਤੇ ਉਹਦੇ ਵਿੱਚ ਉਹਨਾਂ ਦਾ ਜਿਹੜੀ ਚੁੰਝ ਉਹ ਸਾਫ਼ ਹੋ ਜਾਣੀ ਕਬੂਤਰਾਂ ਦੀ, ਕਬੂਤਰਾਂ ਦੇ ਪੈਰ ਸਾਫ਼ ਹੋ ਜਾਣੇ ਨੇ, ਤੇ ਕਬੂਤਰ ਖੁਸ਼ਬਾਸ਼ ਰਹਿੰਦਾ। ਪਾਣੀ ਜ਼ਿੰਦਗੀ ਹੈ ਜੀ, ਪਾਣੀ। ਸਰਦਾਰ ਜੀ ਮਾਸ਼ਾਅੱਲਾ ਬਹੁਤ ਅੱਛੀਆਂ ਗੱਲਾਂ ਕੀਤੀਆਂ। ਸਰਦਾਰ ਜੀ ਬਾਅਦ ਸਾਡੇ ਦੋਸਤ ਨਾ ਜੀ ਸੀ ਨਹੀਂ ਹੁੰਦਾ ਹੈ ਕਿ ਜਦੋਂ ਕਬੂਤਰ ਪੱਟ ਲੈਂਦੇ, ਪੱਟਣ ਤੋਂ ਬਾਅਦ ਮਾਰ ਜਾਂਦੇ ਨੇ ਕਬੂਤਰ ਜੀ, ਉਹਦੇ ਵਾਸਤੇ ਕੋਈ ਕੇਅਰ ਵਾਸਤੇ ਸਾਡੇ ਜਿਹੜੇ ਆਪਣੇ ਲੋਕ ਸਾਡੇ ਦੋਸਤ ਵੀਡੀਓ ਵੇਖਦੇ ਨੇ, ਉਹਨਾਂ ਦੇ ਵਾਸਤੇ ਕੋਈ ਜਿਹੜਾ ਤੁਸੀਂ ਅਗਰ ਕੋਈ ਹੈ ਉਹ ਹਿਸਾਬ ਨਾਲ ਜਿਹੜਾ ਹੈ ਸਾਨੂੰ ਦੱਸੋ। ਜਿਸ ਟਾਈਮ ਕਬੂਤਰ ਪੱਟ ਦਿੰਦੇ ਨੇ, ਕਬੂਤਰ ਕਮਜ਼ੋਰ ਹੋਣੇ ਸ਼ੁਰੂ ਹੋ ਜਾਂਦੇ ਨੇ ਤੇ ਮਰ ਜਾਂਦੇ ਨੇ। ਤੇ ਮੈਂ ਪਹਿਲੇ ਅਰਜ਼ ਕੀਤੀ ਕਿ ਕਬੂਤਰ ਦੀ ਕਟਾਈ ਤੋਂ ਬਾਅਦ ਕਬੂਤਰ ਦਾ ਜ਼ੋਰ ਬੜਾ ਲੱਗਦਾ। ਸਹੀ, ਉਹਦੇ ਜਿਸਮ ਦੀ ਜਿਹੜੀ ਫੈਟ ਹੈ ਨਾ ਬਹੁਤ ਯੂਜ਼ ਹੁੰਦੀ ਹੈ, ਕਿਉਂਕਿ ਪਰ ਜਿਹੜੇ ਨੇ ਨਾ ਜੀ अस्सलाम वालेकुम। ਉਹ ਦੁਬਾਰਾ ਨਿਕਲਣੇ ਨੇ ਤੇ ਉਹਨਾਂ ਪੂਰਾ ਹਦੀਆ ਲੈਣਾ। मैं भाईजान ज़रा बिजी है आपकी ਉਹਦੇ तबीयत खराब ਵਾਸਤੇ सी। ਸਭ ਤੋਂ ਬਿਹਤਰੀਨ ਤਰੀਕਾ आपकी तबीयत खराब सी यार रात भी। ਜਿਹੜਾ ਦੁੱਧ ਹੈ ਨਾ ਜੀ, मैं पहले हॉस्पिटल से तो मैं ਇੱਥੇ ਬੜੀ ਆਇਆ ਸ਼ਫਾ। भाई इरफान ਦੇ ਨਾਲ ज़रा काम से छोटा जिहा। ਮੈਂ ਰੂਟੀਨ ਦੇ ਵਿੱਚ ਆਪਦੇ ਕਬੂਤਰਾਂ ਨੂੰ ਨਾ ਜੀ ਹਫਤੇ 'ਚ A to Z ਕਬੂਤਰਾਂ ਨੂੰ मैं आके बताऊंगा फिर 2 तुझे। ਦਫਾ ਕਬੂਤਰ ਦੇ ਲਾਜ਼ਮੀ ਦੇਣਾ। हम्म, ਤੇ ਜਿਸ ਟਾਈਮ ਕਬੂਤਰ ਮੈਂ ਪਟਾਈ ਹੋ ਜਾਂਦੀ ਨਾ ਜੀ, ਮੈਂ ਭੁੱਲ ਵੀ ਜਾਵਾਂ ਤਾਂ ਮੇਰੇ ਵਾਲਦ ਸਾਹਿਬ ਮੈਨੂੰ ਯਾਦ ਕਰਾਉਣ ਲਈ ਨਾ ਬੈਠੇ ਹੁੰਦੇ ਨੇ। ਸਹੀ, ਉਹਨਾਂ ਸੁਬਹ ਨਾਲ ਹੀ ਆਖਣਾ ਵੀ ਆ ਜਾ ਵੀ ਤੇਰਾ। ਦੁੱਧ ਦੇ ਉਹ ਮੈਂ ਨਾ ਜੀ ਤਕਰੀਬਨ ਕਿਲੋ 1.5 ਕਿਲੋ ਦੁੱਧ ਜਿਹੜਾ ਉਹਨੂੰ ਗਰਮ ਕਰਵਾ ਲੈਣਾ, ਉਹਨੂੰ ਠੰਡਾ ਕਰ ਲੈਣਾ। ਉਹ 10-10 ਸੀਸੀ ਨਾਲ ਫੀ ਕਬੂਤਰ ਨੂੰ ਦੇਣਾ ਸ਼ੁਰੂ ਕਰ ਦੇਣਾ। ਜਿਸ ਟਾਈਮ ਤੁਸੀਂ ਦੁੱਧ ਦਿੰਦੇ ਹੋ ਨਾ ਭਾਈਜਾਨ ਕਬੂਤਰ ਨੂੰ,
ਇੱਕ ਤਾਂ ਉਹਦੇ ਜਿਸਮ ਦੀ ਜਿਹੜੀ ਫੈਟ ਹੈ ਉਹ ਪੂਰੀ ਰਹਿੰਦੀ, ਦੂਸਰਾ ਕਬੂਤਰ ਕਬਜ਼ ਨਹੀਂ ਕਰਦਾ। ਪੱਟਿਆ ਹੋਇਆ ਕਬੂਤਰ ਬਿਮਾਰ ਉਦੋਂ ਹੋਏਗਾ ਜਿਸ ਕਬਜ਼ ਮਹਿਸੂਸ ਕਰੇਗਾ, ਕਿਉਂਕਿ ਅੰਦਰ ਤੋਂ ਖੁਸ਼ਕੀ ਹੁੰਦੀ ਹੈ ਤੇ ਤਾਰ ਚੀਜ਼ ਤੁਸੀਂ ਉਹਨੂੰ ਦਿੰਦੇ ਨਹੀਂ। ਅਗਰ ਘਿਓ ਤੁਸੀਂ ਦਿੰਦੇ ਹੋ, ਜਿਵੇਂ ਕਿ ਪਹਿਲੇ ਮੈਂ ਜ਼ਿਕਰ ਕੀਤਾ, ਘਿਓ ਦਿੰਦੇ ਹੋ ਤੇ ਵੈਲ ਐਂਡ ਗੁੱਡ, ਠੀਕ ਹੈ। ਅਗਰ ਤੁਸੀਂ ਦੁੱਧ ਦਿੰਦੇ ਹੋ ਤੇ ਦੁੱਧ ਤੁਹਾਡੇ ਡਬਲ ਕੰਮ ਕਰਦਾ ਹੈ ਜੀ, એનર્ਜੀ ਦਾ ਕੰਮ, ਜੁਲਾਬ ਦਾ ਕੰਮ,